ਗੁਰੂ ਨਾਨਕ ਦੇਵ ਜੀ ਇੱਕ ਨਵੀਂ ਕੌਮ ਸਜਾਣੀ ਤੇ ਉਸਾਰਨੀ ਚਾਹੁੰਦੇ ਸਨ। ਇਹ ਕੰਮ ਬੜਾ ਲੰਮਾ ਤੇ ਕਰੜਾ ਹੁੰਦਾ ਹੈ। ਇੱਕ ਮਨੁੱਖੀ ਜ਼ਿੰਦਗੀ ਦਾ ਸਮਾਂ ਇਸ ਕੰਮ ਵਾਸਤੇ ਚੋਖਾ ਸਮਾਂ ਨਹੀਂ ਹੁੰਦਾ। ਇਸ ਕਰਕੇ ਗੁਰੂ ਜੀ ਨੇ ਕੌਮ ਉਸਾਰੀ ਦਾ ਇਹ ਕੰਮ ਫੇਰ ਜਾਮਾ ਪਲਟ ਕੇ ਉਹਨਾਂ ਚਿਰ ਜਾਰੀ ਰੱਖਣ ਦੀ ਵਿਉਂਤ ਸੋਚੀ ਜਿੰਨੇ ਚਿਰ ਵਿੱਚ ਨਵੀਂ ਰਚੀ ਕੌਮ ਪੂਰਨ ਹੋ ਕੇ ਆਪਣੇ ਪੈਰਾਂ ਉੱਤੇ ਖੜੋਣ ਜੋਗੀ ਨਾ ਹੋ ਜਾਵੇ। ਇਹ ਕੰਮ ਬੜਾ ਕਰੜਾ ਤੇ ਜ਼ਿੰਮੇਵਾਰੀ ਵਾਲਾ ਸੀ। ਇਸ ਦੇ ਅਯੋਗ ਹੱਥਾਂ ਵਿੱਚ ਜਾਣ ਨਾਲ ਇਸ ਦੇ ਵਿੱਚ ਅਧਵੱਟੇ ਤੇ ਅਧੂਰੇ ਰਹਿ ਜਾਣ ਦਾ, ਕੁਰਾਏ ਪੈਣ ਜਾਣ ਦਾ ਡਰ ਸੀ। ਇਸ ਕਰਕੇ ਗੁਰੂ ਜੀ ਨੇ ਆਪਣੇ ਪਿੱਛੋਂ ਗੁਰਗੱਦੀ ਸੰਭਾਲਣ ਵਾਲੇ ਦੀ ਚੋਣ ਤੇ ਸਿਖਲਾਈ ਬੜੇ ਗਹੁ ਨਾਲ ਕੀਤੀ। ਭਈ ਇਸ ਬਾਰੇ ਕਿਸੇ ਝਗੜੇ ਜਾਂ ਸ਼ੱਕ ਸ਼ੁਬੇ ਦੀ ਗੁੰਜਾਇਸ਼ ਨਾ ਰਹੇ। ਗੁਰੂ ਜੀ ਨੇ ਇਸ ਚੁਣੇ ਹੋਏ ਨੂੰ ਆਪਣੇ ਰੂਬਰੂ ਗੁਰਗੱਦੀ 'ਤੇ ਬਿਠਾਉਣ ਅਤੇ ਸਭ ਨੂੰ ਇਸ ਚੁਣੇ ਗਏ ਨੂੰ ਗੁਰੂ ਮੰਨਣ ਦੀ ਪੱਕੀ ਕਰਨ ਤੇ ਜਾਂਚ ਸਿਖਾਉਣ ਦਾ ਤਰੀਕਾ ਜਾਰੀ ਕੀਤਾ। ਆਪਣੀ ਸੱਚਖੰਡ ਵਾਪਸੀ ਦੇ ਸਮੇਂ ਤੋਂ ਚੋਖਾ ਚਿਰ ਪਹਿਲਾਂ ਆਪ ਨੇ ਸ਼੍ਰੀ ਲਹਿਣਾ ਜੀ ਨੂੰ ਗੁਰਿਆਈ ਦਾ ਤਿਲਕ ਲਾਉਣ ਦੀ ਰਸਮ ਅਦਾ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ 17 ਹਾੜ ਸੰਮਤ 1596 ਮੁਤਾਬਿਕ 18 ਜੂਨ ਸੰਨ 1539 ਨੂੰ ਸ਼੍ਰੀ ਲਹਿਣਾ ਜੀ ਨੂੰ ਗੁਰਗੱਦੀ 'ਤੇ ਬਿਰਾਜਮਾਨ ਕਰਾਇਆ। ਉਹਨਾਂ ਦੇ ਅੱਗੇ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਪਾਸੋਂ ਉਹਨਾਂ ਨੂੰ ਗੁਰਿਆਈ ਦਾ ਤਿਲਕ ਲਗਵਾਇਆ ਅਤੇ ਉਹਨਾਂ ਨੂੰ ਸ਼੍ਰੀ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ। ਭਾਈ ਗੁਰਦਾਸ ਜੀ ਲਿਖਦੇ ਹਨ, ਥਾਪਿਆ ਲਹਿਣਾ ਜੀਵ ਦੇ ਗੁਰਿਆਈ ਸਿਰ ਛਤਰ ਫਿਰਾਇਆ, ਜੋਤੀ ਜੋਤ ਮਿਲਾਏ ਕੈ ਸਤਿਗੁਰੂ ਨਾਨਕ ਰੂਪ ਵਟਾਇਆ, ਲਖਨਾ ਕੋਈ ਸਕਈ ਅਚਰਜੇ ਅਚਰਜ ਦਿਖਾਇਆ, ਕਾਇਆ ਪਲਟ ਸਰੂਪ ਬਣਾਇਆ। ਫਿਰ ਗੁਰੂ ਨਾਨਕ ਦੇਵ ਜੀ ਨੇ ਆਗਿਆ ਕੀਤੀ ਕਿ ਤੁਸੀਂ ਖਡੂਰ ਚਲ ਜਾਓ। ਉਹਨਾਂ ਦਾ ਜੀ ਤਾਂ ਵਿਛੜਨ ਨੂੰ ਨਹੀਂ ਸੀ ਕਰਦਾ, ਪਰ ਹੁਕਮ ਦੇ ਬੱਧੇ ਗਏ। ਗੁਰਿਆਈ ਦਾ ਸਮਾਂ। ਗੁਪਤਵਾਸ। ਖਡੂਰ ਪੁੱਜ ਕੇ ਗੁਰੂ ਅੰਗਦ ਦੇਵ ਜੀ ਇੱਕ ਜੱਟ ਮਾਈ ਦੇ ਘਰ ਜਾ ਟਿਕੇ। ਉਸ ਦਾ ਨਾਂ ਸਤਭਰਾਈ ਸੀ। ਉਸ ਨੂੰ ਭਰਾਈ, ਵਿਰਾਈ ਤੇ ਸਭਰਾਈ ਵੀ ਕਿਹਾ ਜਾਂਦਾ ਹੈ। ਉਸ ਨੂੰ ਗੁਰੂ ਜੀ ਨੇ ਹੁਕਮ ਦਿੱਤਾ ਕਿ ਮੇਰੇ ਇੱਥੇ ਹੋਣ ਦੀ ਕਿਸੇ ਨੂੰ ਸੂਹ ਨਾ ਦੇਣੀ। ਇਸ ਤਰ੍ਹਾਂ ਇਕਾਂਤ ਵਿੱਚ ਰਹਿ ਕੇ ਰੋਜ਼ ਦੀ ਕੇਵਲ ਪਾ ਕੱਚੇ ਆਟੇ ਦੀ ਅਣਚੋਪੜੀ ਰੋਟੀ ਖਾ ਕੇ ਆਪ ਭਜਨ ਬੰਦਗੀ ਵਿੱਚ ਲੱਗ ਪਏ। ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੀ ਖਬਰ ਸੁਣ ਕੇ ਆਪ ਦੇ ਹਿਰਦੇ ਨੂੰ ਬੜੀ ਡੂੰਘੀ ਸੱਟ ਵੱਜੀ। ਆਪ ਗੁਪਤਵਾਸ ਵਿੱਚ ਰਹਿ ਕੇ ਆਪਣੇ ਪਿਆਰੇ ਨੂੰ ਅਤੇ ਉਸ ਪਿਆਰੇ ਦੇ ਪਿਆਰੇ ਕਰਤਾਰ ਨੂੰ ਯਾਦ ਕਰਦੇ ਰਹੇ। ਸਿੱਖ ਸੰਗਤਾਂ ਕਰਤਾਰਪੁਰੋਂ ਹੋ ਕੇ ਦਰਸ਼ਨਾਂ ਲਈ ਖਡੂਰ ਆਉਂਦੀਆਂ ਅਤੇ ਗੁਰੂ ਜੀ ਦੀ ਉਗ ਸੁਗ ਨਾ ਮਿਲਣ 'ਤੇ ਨਿਰਾਸ਼ ਹੋ ਜਾਂਦੀਆਂ। 5 ਕੁ ਮਹੀਨੇ ਇਸੇ ਤਰ੍ਹਾਂ ਲੰਘ ਗਏ। ਫਿਰ ਕੁਝ ਉੱਗੇ ਗੁਰਸਿੱਖਾਂ ਨੇ ਬਾਬਾ ਬੁੱਢਾ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਗੁਰੂ ਜੀ ਦੀ ਭਾਲ ਕਰਕੇ ਉਹਨਾਂ ਨੂੰ ਪੰਥ ਦੀ ਅਗਵਾਈ ਦੀ ਕਾਰ ਸੰਭਾਲਣ ਲਈ ਪ੍ਰਾਰਥਨਾ ਕੀਤੀ ਜਾਵੇ। ਗੁਰੂ ਲਾਦੋ। ਬਾਬਾ ਬੁੱਢਾ ਜੀ ਨੇ ਸਵੇਰ ਦੇ ਇਸ਼ਨਾਨ ਤੇ ਨਿਤਨੇਮ ਮਗਰੋਂ ਅਰਦਾਸ ਕੀਤੀ ਅਤੇ ਅੰਤਰ ਧਿਆਨ ਹੋ ਬੈਠੇ। ਉਹਨਾਂ ਨੂੰ ਗੁਰੂ ਜੀ ਦੇ ਗੁਪਤਵਾਸ ਦਾ ਟਿਕਾਣਾ ਸੁੱਝ ਦਿਸ ਪਿਆ। ਸਭ ਸੰਗਤਾਂ ਰਲ ਕੇ ਮਾਈ ਵਿਰਾਈ ਦੇ ਘਰ ਗਈਆਂ। ਬਾਬਾ ਬੁੱਢਾ ਜੀ ਨੇ ਗੁਰੂ ਦੇ ਹਜ਼ੂਰ ਹਾਜ਼ਰ ਹੋ ਕੇ ਸੰਗਤਾਂ ਵੱਲੋਂ ਦਰਸ਼ਨਾਂ ਲਈ ਬੇਨਤੀ ਕੀਤੀ। ਬੇਨਤੀ ਮੰਨ ਕੇ ਆਪ ਨੇ ਗੁਪਤਵਾਸ ਤਿਆਗ ਕੇ ਗੁਰਗੱਦੀ ਦੀ ਕਾਰ ਤੇ ਜ਼ਿੰਮੇਵਾਰੀ ਸੰਭਾਲੀ। ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਲਈ ਆਉਣ ਲੱਗ ਪਈਆਂ ਅਤੇ ਖਡੂਰ ਸਾਹਿਬ ਵਿੱਚ ਕਰਤਾਰਪੁਰ ਜਿਹੀਆਂ ਰੌਣਕਾਂ ਲੱਗ ਗਈਆਂ। ਹੁਣ ਆਪ ਜੀ ਨੇ ਦਲੀਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕੱਠੀ ਕੀਤੀ ਜਾਵੇ ਤੇ ਉਹਨਾਂ ਦੇ ਜੀਵਨ ਸਮਾਚਾਰ ਲਿਖੇ ਜਾਣ। ਲਿਖਾਰੀ ਲਈ ਗੁਰਮੁਖੀ ਅੱਖਰ ਤਾਂ ਗੁਰੂ ਨਾਨਕ ਦੇਵ ਜੀ ਦੇ ਜਗਤ ਵਿੱਚ ਹੁੰਦਿਆਂ ਹੀ ਬਣਾਏ ਗਏ ਸਨ। ਗੁਰੂ ਅੰਗਦ ਦੇਵ ਜੀ ਨੇ ਖੋਜ ਭਾਲ ਕਰਕੇ ਗੁਰਬਾਣੀ ਇਕੱਠੀ ਕੀਤੀ ਅਤੇ ਇਸ ਨੂੰ ਗੁਰਮੁਖੀ ਅੱਖਰਾਂ ਵਿੱਚ ਲਿਖਵਾਇਆ। ਨਾਲੇ ਆਪ ਤਲਵੰਡੀ, ਸ਼੍ਰੀ ਨਨਕਾਣਾ ਸਾਹਿਬ, ਸੁਲਤਾਨਪੁਰ ਆਦਿ ਥਾਵਾਂ ਤੋਂ ਅਤੇ ਗੁਰੂ ਜੀ ਦੇ ਨਿਕਟ ਵਰਤੀ ਸਿੱਖਾਂ ਦੇ ਹਰੇਕ ਇਲਾਕੇ ਦੀ ਸੰਗਤ ਤੋਂ ਪੁੱਛ ਕੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਮਾਚਾਰ ਲਿਖਵਾਏ। ਇਹ ਸਮਾਚਾਰ ਜਿਉਂ-ਜਿਉਂ ਮਿਲਦੇ ਗਏ ਲਿਖਤ ਵਿੱਚ ਲਿਆਂਦੇ ਗਏ।
ਇਸ ਕਰਕੇ ਇਹ ਵਾਪਰਨ ਦੇ ਸਮੇਂ ਦੀ ਤਰਤੀਬ ਅਨੁਸਾਰ ਨਹੀਂ, ਸਗੋਂ ਪ੍ਰਾਪਤੀ ਦੀ ਤਰਤੀਬ ਅਨੁਸਾਰ ਲਿਖੇ ਗਏ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਪਹਿਲਾਂ ਜਨਮ ਸਾਖੀ ਤਿਆਰ ਹੋਈ। ਸ਼ੋਕ ਵਾਲੀ ਗੱਲ ਹੈ ਕਿ ਇਸ ਜਨਮ ਸਾਖੀ ਦਾ ਪਹਿਲਾਂ ਤੇ ਪ੍ਰਮਾਣਿਕ ਖਰੜਾ ਜਾਂ ਉਸ ਦਾ ਠੀਕ ਠੀਕ ਉਤਾਰਾ ਨਹੀਂ ਮਿਲਦਾ। ਇਸ ਨੂੰ ਪਹਿਲਾਂ ਪ੍ਰਿਥੀਏ ਤੇ ਉਸ ਦੇ ਪੁੱਤ ਮਿਹਰਬਾਨ ਨੇ ਅਤੇ ਫਿਰ ਹਿੰਦਾਲੀਆ ਨੇ ਭੰਨਿਆ ਤੋੜਿਆ ਤੇ ਗੁੰਮ ਕੀਤਾ ਅਤੇ ਇਸ ਦੇ ਥਾਂ ਹੋਰ ਜਨਮ ਸਾਖੀਆਂ ਲਿਖੀਆਂ ਤੇ ਉਹਨਾਂ ਦੇ ਲਿਖਣ ਦਾ ਸੰਬੰਧ ਵੀ ਗਲਤ ਪਾਇਆ। ਇਹਨਾਂ ਵਿੱਚੋਂ ਇੱਕ ਜਨਮ ਸਾਖੀ ਉਹ ਬਣੀ ਜੋ ਬਾਲੇ ਵਾਲੀ ਕਰਕੇ ਪ੍ਰਸਿੱਧ ਹੋਈ। ਹਮਾਯੂ ਸੰਮਤ 1597 ਸੰਨ 1540 ਵਿੱਚ ਸ਼ੇਰ ਸ਼ਾਹ ਸੂਰੀ ਪਾਸੋਂ ਹਾਰ ਕੇ ਹਮਾਯੂ ਬਾਦਸ਼ਾਹ ਲਾਹੌਰ ਵੱਲ ਨੂੰ ਜਾ ਰਿਹਾ ਸੀ। ਉਹ ਪੀਰਾਂ ਫਕੀਰਾਂ ਦੀਆਂ ਸੀਸਾਂ ਦੁਆਈ ਪ੍ਰਾਪਤ ਕਰਨ ਦਾ ਚਾਹਵਾਨ ਸੀ। ਜਾਂਦਾ ਜਾਂਦਾ ਉਹ ਬਿਆਸ ਪਾਰ ਹੋਇਆ ਤਾਂ ਉਸ ਨੂੰ ਪਤਾ ਲੱਗਾ ਕਿ ਜਿਸ ਗੁਰੂ ਨਾਨਕ ਦੇਵ ਜੀ ਨੇ ਮੇਰੇ ਪਿਤਾ ਬਾਬਰ ਨੂੰ ਵਰ ਤੇ ਉਪਦੇਸ਼ ਦਿੱਤਾ ਸੀ, ਉਹਨਾਂ ਦੀ ਗੱਦੀ ਉੱਤੇ ਇਸ ਵੇਲੇ ਗੁਰੂ ਅੰਗਦ ਦੇਵ ਜੀ ਹਨ, ਜੋ ਉਹਨਾਂ ਦੀਆਂ ਸਭ ਸ਼ਕਤੀਆਂ ਦੇ ਮਾਲਕ ਹਨ ਅਤੇ ਖਡੂਰ ਸਾਹਿਬ ਵਿੱਚ ਦਰਬਾਰ ਲਾਉਂਦੇ ਹਨ। ਉਹ ਗੁਰੂ ਜੀ ਦੇ ਦਰਸ਼ਨਾਂ ਲਈ ਖਡੂਰ ਸਾਹਿਬ ਪਹੁੰਚਿਆ। ਗੁਰੂ ਜੀ ਉਸ ਵੇਲੇ ਬਾਲਕਾਂ ਦੀਆਂ ਖੇਡਾਂ ਵੇਖ ਰਹੇ ਸਨ। ਬਾਦਸ਼ਾਹ ਨੇ ਉਹਨਾਂ ਪਾਸ ਘੋੜਾ ਜਾ ਖਿਲਾਰਿਆ। ਗੁਰੂ ਜੀ ਨੇ ਹੁਮਾਯੂੰ ਵੱਲ ਖਾਸ ਗੌਰ ਕੀਤੀ। ਉਸ ਨੂੰ ਗੁੱਸਾ ਆ ਗਿਆ। ਘੋੜੇ ਉੱਪਰ ਬੈਠਾ ਹੀ ਉਹ ਗੁਰੂ ਜੀ ਨੂੰ ਮਾਰਨ ਲਈ ਮਿਆਨੋਂ ਤਲਵਾਰ ਸੂਧਣ ਲੱਗਾ। ਗੁਰੂ ਜੀ ਨੇ ਹੱਸ ਕੇ ਕਿਹਾ, ਬਾਦਸ਼ਾਹ, ਜਿਹੜੀ ਤਲਵਾਰ ਤੂੰ ਫਕੀਰਾਂ 'ਤੇ ਖਿੱਚਣ ਲੱਗਾ ਹੈ, ਇਹ ਸ਼ੇਰ ਸ਼ਾਹ ਦੇ ਟਾਕਰੇ ਵੇਲੇ ਕਿੱਥੇ ਸੀ? ਹੁਮਾਯੂੰ ਸ਼ਰਮਿੰਦਾ ਹੋ ਗਿਆ। ਉਹ ਘੋੜੇ ਤੋਂ ਉਤਰਿਆ। ਉਸਨੇ ਗੁਰੂ ਜੀ ਨੂੰ ਨਮਸਕਾਰ ਕੀਤਾ ਅਤੇ ਉਹਨਾਂ ਤੋਂ ਮਾਫ਼ੀ ਮੰਗੀ। ਫਿਰ ਉਸਨੇ ਅਸ਼ੀਰਵਾਦ ਜਾਂ ਵਰ ਅਸੀਸ ਲਈ ਬੇਨਤੀ ਕੀਤੀ। ਗੁਰੂ ਜੀ ਨੇ ਉਸ ਨੂੰ ਸੱਚ ਅਤੇ ਧਰਮ ਨਿਆਂ ਦਾ ਉਪਦੇਸ਼ ਦਿੱਤਾ ਅਤੇ ਅਸ਼ੀਰਵਾਦ ਦੇ ਕੇ ਵਿਦਾ ਕੀਤਾ। ਸ਼ਿਵਨਾਥ ਤਪਾ ਖਡੂਰ ਸਾਹਿਬ ਵਿੱਚ ਜੋਗੀਆਂ ਦਾ ਇੱਕ ਮੱਠ ਜਾਂ ਟਿਕਾਣਾ ਸੀ। ਉਸ ਮੱਠ ਦਾ ਵੱਡਾ ਜੋਗੀ ਸੀ ਸ਼ਿਵਨਾਥ। ਇਹ ਗੁਰੂ ਅੰਗਦ ਦੇਵ ਜੀ ਨਾਲ ਅੰਦਰੋਂ ਈਰਖਾ ਤੇ ਵੈਰ ਰੱਖਦਾ ਸੀ, ਕਿਉਂਕਿ ਉਹਨਾਂ ਦੇ ਉਪਦੇਸ਼ ਸਿੱਖਿਆ ਦੇ ਕਾਰਨ ਲੋਕੀ ਉਸ ਦੀ ਮਾਨਤਾ ਕਰਨੋਂ ਹਟਦੇ ਜਾਂਦੇ ਸਨ। ਭਾਣਾ ਕਰਤਾਰ ਦਾ 1 ਸਾਲ ਡਾਢੀ ਔੜ ਲੱਗ ਗਈ। ਲੋਕ ਬੜੇ ਘਬਰਾਏ। ਜੋਗੀ ਨੂੰ ਮੌਕਾ ਮਿਲ ਗਿਆ ਲੋਕਾਂ ਨੂੰ ਗੁਰੂ ਜੀ ਦੇ ਵਿਰੁੱਧ ਕਰਨ ਦਾ। ਉਹ ਲੋਕਾਂ ਨੂੰ ਕਹਿਣ ਲੱਗਾ, ਮੀਂਹ ਕੀ ਪਵੇ, ਇੱਥੇ ਤਾਂ ਅਨਰਥ ਹੋ ਰਿਹਾ ਹੈ। ਇੱਥੇ ਇੱਕ ਗ੍ਰਹਿਸਤੀ ਆਦਮੀ ਗੁਰੂ ਬਣਿਆ ਬੈਠਾ ਹੈ ਅਤੇ ਮੱਥੇ ਟਿਕਾਉਂਦਾ ਹੈ। ਇਸ ਕਰਕੇ ਇੰਦਰ ਦੇਵਤਾ ਗੁੱਸੇ ਹੈ। ਜੇ ਤੁਸੀਂ ਉਸ ਨੂੰ ਪਿੰਡੋਂ ਬਾਹਰ ਕੱਢ ਦਿਓ ਤਾਂ ਮੀਂਹ ਪਵਾ ਦਿਆਂਗਾ। ਉਸ ਨੂੰ ਕਹੋ ਕਿ ਜੇ ਪੀਰੀ ਪੱਲੇ ਹੈ ਤਾਂ ਮੀਂਹ ਪਵਾਏ, ਨਹੀਂ ਤਾਂ ਇੱਥੋਂ ਚਲਿਆ ਜਾਵੇ। ਉਸ ਦੇ ਨਿਕਲਣ ਦੀ ਦੇਰ ਹੈ ਕਿ ਮੀਂਹ ਖਾਰੀ ਛੱਜੀ ਵਰੇਗਾ। ਮੀਂਹ ਤਾਂ ਮੇਰੀ ਮੁੱਠੀ ਵਿੱਚ ਹੈ। ਲੋਕੀ ਘਬਰਾਏ ਹੋਏ ਸਨ। ਉਹ ਜੋਗੀ ਦੇ ਝਾਂਸੇ ਵਿੱਚ ਆ ਗਏ। ਉਹ ਜਾ ਕੇ ਗੁਰੂ ਜੀ ਨੂੰ ਕਹਿਣ ਲੱਗੇ, ਗੁਰੂ ਜੀ, ਔੜ ਨਾਲ ਤਬਾਹ ਹੋ ਰਹੇ ਹਾਂ, ਮੀਂਹ ਪਵਾਓ। ਗੁਰੂ ਜੀ ਨੇ ਕਿਹਾ, ਭਲਿਓ ਪੁਰਸ਼ੋ, ਮੀਂਹ ਤਾਂ ਮਾਲਕ ਦੇ ਹੱਥ ਵੱਸ ਹੈ, ਉਹ ਵਰਸਾਵੇਗਾ, ਪਰ ਜਦੋਂ ਉਸ ਨੂੰ ਮਨਜ਼ੂਰ ਹੋਵੇਗਾ। ਜੱਟ ਆਖਣ ਲੱਗੇ, ਗੁਰੂ ਜੀ, ਖਰੀ ਗੱਲ ਇਹ ਜੇ ਜਾਂ ਤਾਂ ਮੀਂਹ ਪਵਾਓ, ਨਹੀਂ ਤਾਂ ਇੱਥੋਂ ਚਲੇ ਜਾਓ। ਤੁਹਾਡੇ ਜਾਣ ਮਗਰੋਂ ਮੀਂਹ ਪਵੇਗਾ। ਤਪਾ ਜੁੰਮਾ ਲੈਂਦਾ ਹੈ। ਗੁਰੂ ਜੀ ਨੇ ਕਿਹਾ, ਚੰਗਾ ਭਾਈ, ਜੇ ਸਾਡੇ ਇੱਥੋਂ ਗਿਆ ਮੀਂਹ ਪੈ ਜਾਵੇ ਤੇ ਤੁਹਾਡਾ ਭਲਾ ਹੋ ਜਾਵੇ ਤਾਂ ਮੈਂ ਤਿਆਰ ਹਾਂ। ਗੁਰੂ ਜੀ ਸੰਗਤਾਂ ਸਮੇਤ ਖਡੂਰ ਸਾਹਿਬੋਂ ਚਲੇ ਗਏ ਅਤੇ ਖਾਨ ਰਜਾਦੇ ਦੀ ਜੂਹ ਵਿੱਚ ਜਾ ਬੈਠੇ। ਉੱਧਰ ਤਪੇ ਦੇ ਭਾਅ ਦੀ ਬਣ ਗਈ। ਲੋਕੀ ਕਹਿਣ, ਛੇਤੀ ਕਰ, ਪਵਾ ਮੀਂਹ। ਜੋਗੀ ਨੇ ਬਥੇਰੇ ਮੰਤਰ ਟੂਣੇ ਕੀਤੇ, ਪਰ ਮੀਂਹ ਨਾ ਪਿਆ। 8 ਦਿਨ ਬੀਤ ਗਏ। ਜੋਗੀ ਆਲੇ ਕੌਡੀ ਸਿੱਕੇ ਕੌਡੀ ਕਰਦਾ ਰਿਹਾ, ਪਰ ਜੱਟ ਕਾਹਲੇ ਪੈ ਗਏ। ਉਹਨੇ ਚਿਰ ਨੂੰ ਸ਼੍ਰੀ ਅਮਰਦਾਸ ਜੀ ਬਾਸਰਕੇ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਖਡੂਰ ਸਾਹਿਬ ਆਏ। ਜਦ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਏ।
ਉਹਨਾਂ ਨੇ ਜੱਟਾਂ ਨੂੰ ਕਿਹਾ, ਤੁਸਾਂ ਗੁਰੂ ਜੀ ਨੂੰ ਕੱਢਣ ਵਿੱਚ ਵੱਡਾ ਪਾਪ ਕਮਾਇਆ ਹੈ। ਉਹ ਸਭ ਸ਼ਕਤੀਆਂ ਦੇ ਮਾਲਕ ਹਨ। ਇਹ ਤਪਾ ਪਖੰਡੀ ਹੈ। ਤੁਸੀਂ ਸਾਰੇ ਇੱਕ ਮਨ ਹੋ ਕੇ ਗੁਰੂ ਜੀ ਦਾ ਧਿਆਨ ਧਰ ਕੇ ਆਖੋ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ। ਉਹਨਾਂ ਦੇ ਨਾਂ ਵਿੱਚ ਬਰਕਤ ਹੈ, ਮੀਂਹ ਪੈ ਜਾਵੇਗਾ। ਲੋਕਾਂ ਨੇ ਅਜਿਹਾ ਹੀ ਕੀਤਾ। ਕੁਝ ਚਿਰ ਮਗਰੋਂ ਨੀਲਾ ਆਕਾਸ਼ ਕਾਲੇ ਕਾਲੇ ਬੱਦਲਾਂ ਨਾਲ ਕੱਜਿਆ ਗਿਆ। ਕਿਣ-ਮਿਣ ਹੋਣ ਲੱਗ ਪਈ ਅਤੇ ਫਿਰ ਮੋਹਲੇਧਾਰ ਵਰਖਾ ਸ਼ੁਰੂ ਹੋ ਗਈ। ਔੜ ਹਟ ਗਈ, ਦੁਨੀਆ ਵਸ ਪਈ। ਮੀਂਹ ਵਰਿਆ ਵੇਖ ਕੇ ਜੱਟ ਭੂਏ ਆ ਗਏ। ਉਹ ਹੁਣ ਜੋਗੀ ਦੇ ਦੁਆਲੇ ਜਾ ਹੋਏ ਅਤੇ ਕਹਿਣ ਲੱਗੇ, ਨਿਕਲ ਜਾ ਪਾਪੀਆ ਸਾਡੇ ਪਿੰਡੋਂ, ਤੇਰੇ ਕਰਕੇ ਹੀ ਮੀਂਹ ਨਹੀਂ ਸੀ ਪੈਂਦਾ। ਤੂੰ ਸਾਥੋਂ ਵੱਡੀ ਭੁੱਲ ਵੀ ਕਰਵਾਈ ਤੇ ਮੀਂਹ ਨਾ ਵਰਾਇਆ। ਚੱਲ ਦੂਰ ਹੋ ਜਾ ਪਖੰਡੀਆ। ਇਹ ਆ ਕੇ ਉਹ ਜੋਗੀ ਨੂੰ ਧੱਕੇ ਮਾਰਨ ਲੱਗ ਪਏ। ਧੱਕੇ ਧੌੜੇ ਦਿੰਦੇ ਅਤੇ ਖੇਤਾਂ ਵਿੱਚ ਹੀ ਘਸੀੜਦੇ ਉਹ ਉੱਥੇ ਪਿਆ ਹੀ ਮਰ ਗਿਆ। ਉੱਧਰ ਸ੍ਰੀ ਗੁਰੂ ਅਮਰਦਾਸ ਜੀ ਦਰਸ਼ਨਾਂ ਲਈ ਖਾਨ ਰਜਾਦੇ ਪੁੱਜੇ। ਉਹਨਾਂ ਨੂੰ ਵੇਖਦਿਆਂ ਹੀ ਗੁਰੂ ਜੀ ਨੇ ਪਿੱਠ ਫੇਰ ਲਈ। ਸ੍ਰੀ ਅਮਰਦਾਸ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜੇ ਭੁੱਲ ਹੋ ਗਈ ਹੋਵੇ ਉਹ ਬਖਸ਼ ਦਿਓ। ਅੱਗੋਂ ਗੁਰੂ ਜੀ ਬੋਲੇ, ਤੁਸਾਂ ਕਰਾਮਾਤ ਕਿਉਂ ਵਿਖਾਈ? ਨਾਲੇ ਤੁਸੀਂ ਉਸ ਤਪੇ ਦੀ ਮੌਤ ਦਾ ਕਾਰਨ ਕਿਉਂ ਬਣੇ? ਕਰਤਾਰ ਦੀ ਰਜਾ ਸੀ ਕਿ ਅਸੀਂ ਖਡੂਰ ਤੋਂ ਇੱਥੇ ਆਈਏ। ਉਸ ਬਾਰੇ ਕਿਸੇ ਨਾਲ ਰੋਸ ਕਾਹਨੂੰ ਕਰਨਾ ਸੀ? ਤੁਹਾਨੂੰ ਆਪਣਾ ਦਿਲ ਵੱਡਾ ਸਾਰਾ ਕਰਨਾ ਚਾਹੀਦਾ ਹੈ। ਮਾੜਿਆਂ ਨਾਲ ਚੰਗੇ ਹੋ ਕੇ ਵਰਤਣਾ, ਬੁਰੇ ਦਾ ਵੀ ਭਲਾ ਕਰਨਾ, ਅਪਰਾਧੀ ਨੂੰ ਮਾਫ਼ ਕਰਨਾ ਤੇ ਉਹਨਾਂ ਨੂੰ ਸਿੱਧੇ ਠੀਕ ਰਾਹੇ ਪਾਉਣਾ ਅਤੇ ਕਰਤਾਰ ਦੇ ਭਾਣੇ ਨੂੰ ਸਦਾ ਮਿੱਠਾ ਕਰਕੇ ਮੰਨਣਾ ਸਿੱਖੀ ਇਹ ਕੁਝ ਸਿਖਾਉਂਦੀ ਹੈ। ਅਗਾਂਹ ਲਈ ਸੋਗਿਆ ਰਹਿਣਾ। ਉੱਧਰੋਂ ਖਡੂਰ ਦੇ ਜ਼ਿਮੀਂਦਾਰ ਗੁਰੂ ਜੀ ਪਾਸ ਪਹੁੰਚੇ। ਉਹਨਾਂ ਨੇ ਕਿਹਾ, ਸਾਥੋਂ ਭੁੱਲ ਹੋ ਗਈ ਜੋ ਅਸਾਂ ਤਪੇ ਦੇ ਝਾਂਸੇ ਵਿੱਚ ਆ ਕੇ ਤੁਹਾਨੂੰ ਖੇਚਲ ਪਾਈ ਇੱਥੇ ਆ ਟਿਕਣ ਦੀ। ਉਹ ਭੁੱਲ ਬਖਸ਼ੋ ਅਤੇ ਵਾਪਸ ਚੱਲੋ। ਗੁਰੂ ਜੀ ਨੇ ਆਖਿਆ, ਤੁਸਾਂ ਤਪੇ ਨੂੰ ਧੂ ਕੇ ਮਾਰ ਦਿੱਤਾ ਹੈ। ਇਹ ਤੁਸਾਂ ਵੱਡਾ ਪਾਪ ਕੀਤਾ ਹੈ। ਤੁਸੀਂ ਪਛਚਾਤਾਪ ਕਰੋ ਅਤੇ ਕਰਤਾਰ ਤੋਂ ਭੁੱਲ ਬਖਸ਼ਾਓ। ਫਿਰ ਅਰਦਾਸ ਕਰੋ ਕਿ ਹੇ ਵਾਹਿਗੁਰੂ, ਤਪੇ ਜੋਗੀ ਦੀ ਆਤਮਾ 'ਤੇ ਰਹਿਮ ਕਰੇ। ਵੱਡਾ ਸਾਰਾ ਜਗ ਕਰੋ। ਸਭ ਗਰੀਬ ਗੁਰਬੇ ਤੇ ਸਾਧ ਸੰਤਾਂ ਨੂੰ ਛਕਾਓ, ਰਜਾਓ ਅਤੇ ਰਲ ਕੇ ਅਰਦਾਸ ਕਰੋ। ਇਹ ਕੁਝ ਕਰ ਲਵੋਗੇ ਤਾਂ ਅਸੀਂ ਆ ਜਾਵਾਂਗੇ। ਜ਼ਿਮੀਂਦਾਰ ਨੇ ਹੁਕਮ ਮੰਨ ਕੇ ਇਵੇਂ ਹੀ ਕੀਤਾ। ਗੁਰੂ ਜੀ ਵਾਪਸ ਖਡੂਰ ਸਾਹਿਬ ਚਲੇ ਗਏ। ਉੱਥੋਂ ਦੇ ਜ਼ਿਮੀਂਦਾਰ ਮਗਰੋਂ ਵੀ ਸਾਲ ਦੇ ਸਾਲ ਉੱਥੇ ਜਗ ਕਰਦੇ ਰਹੇ।